ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਦਾ ਫਰਮਾਨ ਹੈ, ਜਬ ਲਗ ਜਰਾ ਰੋਗ ਨੇ ਆਇਆ, ਜਬ ਲਗ ਕਾਲ ਗ੍ਰਸੀ ਨੇ ਕਾਇਆ, ਜਬ ਲਗ ਬਿਕਲ ਭਈ ਨੇ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਕੋਈ ਮਨੁੱਖ ਕਿਸੇ ਖੇਤਰ ਦੇ ਵਿੱਚ ਮਸ਼ਹੂਰ ਹੋ ਜਾਂਦਾ ਹੈ, ਉਸ ਦਾ ਤਜਰਬਾ ਸਾਰੀ ਜ਼ਿੰਦਗੀ ਦਾ ਉਸ ਖੇਤਰ ਨਾਲ ਜੁੜਿਆ ਹੋਇਆ ਹੁੰਦਾ ਹੈ। ਕੋਈ ਸਾਇੰਸ ਦੇ ਖੇਤਰ ਵਿੱਚ ਮਸ਼ਹੂਰ ਹੁੰਦਾ ਹੈ, ਕੋਈ ਡਾਕਟਰੀ ਦੇ ਖੇਤਰ ਵਿੱਚ ਮਸ਼ਹੂਰ ਹੁੰਦਾ ਹੈ, ਕੋਈ ਬਿਜ਼ਨਸ ਦੇ ਵਿੱਚ ਆਪਣਾ ਤਜਰਬਾ ਇਸ ਸੰਸਾਰ ਦੇ ਵਿੱਚ ਰੱਖਦਾ ਹੈ ਅਤੇ ਮਾਇਆ ਧਨ ਕਮਾਉਂਦਾ ਹੈ। ਅਸਲੀ ਮੁੱਖ ਮੰਤਵ ਜੋ ਵੀ ਕੁਛ ਕੋਈ ਕਰ ਲਵੇ ਧਨ ਕਮਾਉਣ ਦਾ ਹੁੰਦਾ ਹੈ। ਜਿਸ ਦੇ ਕੋਲ ਧਨ ਨਹੀਂ ਹੈ ਉਸ ਦੀ ਕਦਰ ਨਹੀਂ ਹੁੰਦੀ, ਉਸ ਦੀ ਕੋਈ ਕੀਮਤ ਨਹੀਂ ਹੁੰਦੀ। ਗੁਣਾਂ ਦੀ ਕਦਰ ਕੋਈ ਕਰਦਾ ਹੈ, ਸਾਰੇ ਸੰਸਾਰ ਦੇ ਵਿੱਚ ਮਾਇਆ ਦੀ ਕਦਰ ਜ਼ਿਆਦਾ ਹੁੰਦੀ ਹੈ। ਹੈ ਗੁਣ ਔਗੁਣ ਸਭ ਵਿਖੇ, ਇਨ ਬਿਨ ਜੰਤ ਨਾ ਕੋਏ, ਮਿਰਦੂ ਸੁਗੰਧ ਸੁੰਦਰ ਕਮਲ ਪਰ ਕੰਟਕ ਵੀ ਹੋਏ। ਜੇਕਰ ਸੁੰਦਰ ਗੁਲਾਬ ਦਾ ਫੁੱਲ ਹੁੰਦਾ ਹੈ ਤਾਂ ਉਸ ਨਾਲ ਕੰਡੇ ਵੀ ਹੁੰਦੇ ਹਨ। ਜੇਕਰ ਗੁਣ ਹੁੰਦੇ ਹਨ ਤਾਂ ਉਸ ਦੇ ਨਾਲ ਔਗੁਣ ਵੀ ਹੁੰਦੇ ਹਨ। ਜਿੱਥੇ ਮਾਇਆ ਦੀ ਬਹੁਲਤਾ ਹੋਵੇ ਉੱਥੇ ਦੁਰਾਚਾਰ ਹੁੰਦਾ ਹੈ। ਜਿੱਥੇ ਪ੍ਰਭ ਦਾ ਵਡਿਆਈ ਜ਼ਿਆਦਾ ਪ੍ਰਾਪਤ ਹੋ ਜਾਵੇ ਉੱਥੇ ਵੀ ਗੁਣ ਛੁਪ ਜਾਂਦੇ ਹਨ। ਜਿੱਥੇ ਆਕਾਸ਼ ਦੇ ਵਿੱਚ ਬੱਦਲ ਛਾ ਜਾਣ ਸੂਰਜ ਵੀ ਉਰਲਾ ਦੇ ਜਾਂਦਾ ਹੈ। ਸੰਸਾਰ ਦੇ ਵਿੱਚ ਰਹਿੰਦੇ ਹੋਏ, ਇਸ ਜ਼ਿੰਦਗੀ ਦੇ ਵਿੱਚ ਗੁਜ਼ਰਦੇ ਹੋਏ ਬਹੁਤ ਸਾਰੇ ਤਜਰਬੇ, ਬਹੁਤ ਸਾਰੇ ਖੱਟੇ ਮਿੱਠੇ ਸਵਾਦ, ਬਹੁਤ ਸਾਰੀਆਂ ਯਾਦਾਂ ਇਸ ਮਨੁੱਖ ਦੇ ਨਾਲ ਜੁੜ ਜਾਂਦੀਆਂ ਹਨ। ਹਰ ਇੱਕ ਜੀਵਨ ਇੱਕ ਆਪਣੇ ਇਤਿਹਾਸ ਨੂੰ ਕਾਇਮ ਕਰਦਾ ਹੈ। ਜਦੋਂ ਇਹ ਪਰਿਪੱਕ ਹੁੰਦਾ ਹੈ ਤਾਂ ਇਸ ਦੇ ਵਿੱਚੋਂ ਕਿਸ ਤਰ੍ਹਾਂ ਦੀ ਖੁਸ਼ਬੂ ਆਉਂਦੀ ਹੈ ਉਹ ਆਖਰੀ ਸਮਾਂ ਦੱਸਦਾ ਹੈ। ਉਦੋਂ ਤੱਕ ਆਸ ਲੱਗੀ ਰਹਿੰਦੀ ਹੈ ਜਦੋਂ ਤੱਕ ਕਿਸੇ ਚੀਜ਼ ਦਾ ਰਿਜ਼ਲਟ ਨਹੀਂ ਆਉਂਦਾ। ਜੀਵਨ ਬੀਤਦਾ ਜਾਂਦਾ ਹੈ, ਸਵਾਸ ਬੀਤਦੇ ਜਾਂਦੇ ਹਨ, ਸੂਰਜ ਚੜ੍ਹਦਾ ਹੈ, ਅਸਤ ਹੋ ਜਾਂਦਾ ਹੈ, ਦਿਨ ਬੀਤਦਾ ਹੈ, ਰਾਤ ਆ ਜਾਂਦੀ ਹੈ। ਮਨੁੱਖ ਦੇ ਦਿਨ, ਮਹੀਨੇ, ਸਾਲ, ਸਦੀਆਂ, ਯੁੱਗ ਇਸੇ ਤਰ੍ਹਾਂ ਬੀਤ ਜਾਂਦੇ ਹਨ। ਮਨੁੱਖ ਜਨਮ ਲੈਂਦੇ ਹਨ, ਮਰ ਜਾਂਦੇ ਹਨ, ਮੁੜ ਕੇ ਫਿਰ ਕਿਸੇ ਹੋਰ ਰੂਪ ਦੇ ਵਿੱਚ ਆ ਜਾਂਦੇ ਹਨ। ਇਹ ਦੁਨੀਆ ਦਾ ਖੇਡ ਬੜਾ ਅਨੋਖਾ ਹੈ। ਪਰਮਾਤਮਾ ਦੀ ਰਜ਼ਾ ਨੂੰ ਕੋਈ ਜਾਣਦਾ ਹੈ। ਊਚਾ ਚੜ੍ਹੇ ਸੋ ਪਵੇ ਪਿਆਲਾ, ਧਰਨ ਪੜੇ ਤਿਸ ਲੱਗੇ ਨਾ ਕਾਲਾ। ਜਿਹੜਾ ਉੱਚਾ ਜਾਂਦਾ ਹੈ ਉਹ ਗਿਰਦਾ ਹੈ, ਜਿਹੜਾ ਧਰਤੀ 'ਤੇ ਬੈਠਾ ਹੋਇਆ ਹੁੰਦਾ ਹੈ ਉਹ ਕਈ ਵਾਰੀ ਆਕਾਸ਼ ਦੇ ਵਿੱਚ ਚਲਿਆ ਜਾਂਦਾ ਹੈ। ਇਹ ਕਾਲ ਦਾ ਚੱਕਰ ਹੈ, ਕਦੀ ਅਰਧ ਨੂੰ ਆਉਂਦਾ ਹੈ, ਕਦੀ ਊਰਧ ਨੂੰ ਜਾਂਦਾ ਹੈ, ਕਦੀ ਸ਼ਮਾ ਠੰਡੀ ਹੋ ਜਾਂਦੀ ਹੈ, ਕਦੀ ਗਰਮ ਹੋ ਜਾਂਦੀ ਹੈ, ਕਦੀ ਪਾਣੀ ਸ਼ੀਤਲ ਹੁੰਦਾ ਹੈ, ਕਦੀ ਗਰਮ ਹੋ ਜਾਂਦਾ ਹੈ। ਮਨੁੱਖ ਨੂੰ ਕਈ ਵਾਰੀ ਉਹੀ ਰੋਟੀ ਦੇ ਵਿੱਚ ਸਵਾਦ ਅਨੇਕ ਪ੍ਰਕਾਰ ਦਾ ਆਉਂਦਾ ਹੈ। ਉਸੇ 36 ਪ੍ਰਕਾਰ ਦੇ ਭੋਜਨਾਂ ਦੇ ਵਿੱਚੋਂ ਕਈ ਵਾਰੀ ਜ਼ਹਿਰ ਪ੍ਰਤੀਤ ਹੁੰਦੀ ਹੈ, ਕਿਉਂਕਿ ਜ਼ਿੰਦਗੀ ਦਾ ਸਵਾਦ ਖਤਮ ਹੋ ਜਾਂਦਾ ਹੈ।
ਜੇਕਰ ਜਵਾਨੀ ਹੈ ਤਾਂ ਸਾਰੇ ਹੀ ਹੱਥ ਮਾਰਦੇ ਹਨ ਕਿ ਮੇਰੇ ਕੋਲ ਆ ਜਾ, ਮੇਰੇ ਕੋਲ ਆ ਜਾ। ਜਦੋਂ ਵਡੇਪਾ ਆਉਂਦਾ ਹੈ ਸਭ ਦੂਰ ਭੱਜਦੇ ਹਨ। ਬੁੱਢੇ ਮਨੁੱਖ ਦੇ ਕੋਲ ਕੋ ਬੈਠ ਕੇ ਰਾਜੀ ਨਹੀਂ ਹੁੰਦਾ, ਸਾਰੇ ਜਵਾਨ ਦੇ ਕੋਲ ਬੈਠ ਕੇ ਰਾਜੀ ਹੁੰਦੇ ਹਨ। ਜਵਾਨ ਹੋਵੇ, ਪੈਸਾ ਮਾਇਆ ਅਦਿੱਖ ਹੋਵੇ, ਹੁਕਮ ਚੱਲਦਾ ਹੋਵੇ, ਪ੍ਰਭਤਾ ਵਡਿਆਈ ਹੋਵੇ, ਇਹ ਚੀਜ਼ਾਂ ਜਿੱਥੇ ਪ੍ਰਾਪਤ ਹੋਣ ਉੱਥੇ ਸਾਰੇ ਹੀ ਆ ਕੇ ਕੋਲ ਬੈਠਦੇ ਹਨ। ਜਦੋਂ ਇਹ ਚੀਜ਼ਾਂ ਦੀ ਛੀਣਤਾ ਹੋ ਜਾਂਦੀ ਹੈ ਤਾਂ ਸਾਰੇ ਹੀ ਭੱਜ ਜਾਂਦੇ ਹਨ। ਜਿਸ ਬ੍ਰਿਕਸ਼ ਦੇ ਉੱਤੇ ਪੱਤੇ ਹੋਇਆ ਕਰਦੇ ਹਨ, ਹਰਾ ਭਰਾ ਬ੍ਰਿਕਸ਼ ਹੋਇਆ ਕਰਦਾ ਹੈ, ਫਲ ਲੱਗੇ ਹੋਏ ਹੁੰਦੇ ਹਨ, ਪੰਛੀ ਵੀ ਉਸ 'ਤੇ ਆ ਕੇ ਬੈਠਦੇ ਹਨ। ਜਿਹੜਾ ਠੂਠ ਰੁੱਖ ਹੋਵੇ ਜਿਸ ਦੇ ਉੱਤੇ ਪੱਤੇ ਨਾ ਹੋਣ, ਬੇਢੰਗਾ ਦਰਖਤ ਹੋਵੇ ਜਿਸ ਨੂੰ ਫਲ ਨਾ ਲੱਗਦੇ ਹੋਣ, ਉਸ ਉੱਤੇ ਪੰਛੀ ਵੀ ਆ ਕੇ ਨਹੀਂ ਬੈਠਦੇ। ਇਹੀ ਸੰਸਾਰ ਦਾ ਰੰਗ ਹੈ, ਪਰ ਇਹ ਸਵਾਦ ਆਖਰ ਦੇ ਵਿੱਚ ਪ੍ਰਤੀਤ ਹੁੰਦਾ ਹੈ ਜਦੋਂ ਜ਼ਿੰਦਗੀ ਦਾ ਸਮਾਂ ਗੁਜ਼ਰ ਜਾਂਦਾ ਹੈ। ਸੋ ਪਿਆਰੀ ਸਾਧ ਸੰਗਤ, ਬਾਣੀ ਆਖਦੀ ਹੈ, ਜਬ ਲਗ ਜਰਾ ਰੋਗ ਨਹੀਂ ਆਇਆ। ਜਦੋਂ ਤੱਕ ਮਨੁੱਖ ਦਾ ਸਰੀਰ ਤੰਦਰੁਸਤ ਹੈ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਦੋਂ ਤੱਕ ਆਖਰੀ ਸਵਾਸ ਬੰਦੇ ਦੇ ਨਹੀਂ ਆਏ। ਜਬ ਲਗ ਵਿਕਲ ਪਈ ਨਹੀਂ ਬਾਣੀ, ਇਹ ਜੀਵਾ ਜਦੋਂ ਤੱਕ ਸ਼ੁੱਧ ਉਚਾਰਨ ਕਰਦੀ ਹੈ। ਭਜ ਲੈ ਰੇ ਮਨ ਸਾਰੰਗ ਪਾਣੀ। ਐ ਮਨੁੱਖ, ਤੂੰ ਉਸ ਪਰਮੇਸ਼ਰ ਨੂੰ ਯਾਦ ਕਰ ਲੈ ਜਿਸ ਨੇ ਇਹ ਸਵਾਸ ਦਿੱਤੇ ਹਨ, ਜਿਸ ਨੇ ਇਹ ਸਰੀਰ ਦਿੱਤਾ ਹੈ, ਜਿਸ ਨੇ ਤੈਨੂੰ ਧਨ ਦੌਲਤ ਬਖਸ਼ੀ ਹੈ, ਜਿਸ ਨੇ ਤੈਨੂੰ ਮਾਣ ਵਡਿਆਈ ਦਿੱਤੀ ਹੈ। ਜੇ ਤੂੰ ਉਸ ਨੂੰ ਯਾਦ ਕਰ ਲਵੇਂਗਾ ਤੇ ਤੇਰਾ ਅਸਲੀ ਮੰਤਵ ਪੂਰਾ ਹੋ ਜਾਵੇਗਾ। ਇਹ ਦੁਨੀਆ ਕਿਸੇ ਦੀ ਚਲਾਈ ਚੱਲਦੀ ਹੈ, ਆਪਣੇ ਆਪ ਨਹੀਂ ਚੱਲਦੀ। ਇਸ ਦੇ ਪਿੱਛੇ ਕੋਈ ਤਾਕਤ ਹੈ, ਉਸ ਤਾਕਤ ਦੇ ਨਾਲ ਜੁੜ ਜਾ ਜੇ ਤੂੰ ਅਸਲੀ ਜੀਵਨ ਦਾ ਆਨੰਦ ਮਾਣਨਾ ਹੈ। ਇਹ ਜਿਤਨੇ ਜੀਵਨ ਦੇ ਵਿੱਚ ਆਨੰਦ ਆਉਂਦੇ ਹਨ, ਇਹ ਆਗਮਾ ਪਾਈ ਹਨ, ਆਉਂਦੇ ਹਨ, ਚਲੇ ਜਾਂਦੇ ਹਨ। ਪਰ ਜੋ ਸਦੀਵੀ ਆਨੰਦ ਹੈ, ਕੰਟੀਨਿਊਸ ਹੈ, ਪਰਮਾਨੈਂਟ ਹੈ, ਉਹ ਅਧਿਆਤਮਕ, ਆਤਮਕ ਔਰ ਦਿਲ ਦੀਆਂ ਗਹਿਰਾਈਆਂ ਦੇ ਪਿੱਛੇ ਛੁਪਿਆ ਹੋਇਆ ਆਨੰਦ ਹੈ। ਐ ਮਨੁੱਖ, ਤੂੰ ਉਸ ਆਨੰਦ ਨਾਲ ਜੁੜ ਜਾ ਤੇ ਆਨੰਦਵਾਨ ਹੋ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।